ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਵੇਖ ਰਹੇ ਹੋ ਤੁਸੀਂ 2023 ਦੇ ਵਿੱਚ ਹੋਇਆ ਇੱਕ ਐਸਾ ਕਤਲ ਜਿਸ ਦੀ ਗੂੰਜ ਕੈਨੇਡਾ ਤੋਂ ਲੈ ਕੇ ਦਿੱਲੀ ਤੱਕ ਗੂੰਜੀ। ਕਤਲ ਕੈਨੇਡਾ 'ਚ ਹੋਇਆ ਤੇ ਇਲਜ਼ਾਮ ਦਿੱਲੀ ਤੇ ਲੱਗੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 2023 ਦੇ ਵਿੱਚ ਕੈਨੇਡਾ 'ਚ ਹਰਦੀਪ ਨਿੱਜਰ ਕਤਲ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਤੇ ਲੰਮੇ ਸਮੇਂ ਤੱਕ ਹੀ ਕਈ ਵੱਡੇ ਇਲਜ਼ਾਮ ਲਗਾਉਂਦੇ ਜਾਂਦੇ ਰਹੇ, ਜਿਸ ਵਿੱਚ ਭਾਰਤ ਸਰਕਾਰ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਜਿੱਥੇ ਕੈਨੇਡਾ ਸਰਕਾਰ ਦਾ ਇਹ ਕਹਿਣਾ ਸੀ ਕਿ ਹਰਦੀਪ ਨਿੱਜਰ ਕਤਲकांड ਮਾਮਲੇ ਦੇ ਵਿੱਚ ਭਾਰਤ ਸਰਕਾਰ ਦਾ ਹੱਥ ਹੈ ਕਿ ਉਸੇ ਦਰਮਿਆਨ ਭਾਰਤ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਵੀ ਆਇਆ। ਵਿਦਿਆਰਥੀਆਂ ਤੇ ਇਹਨਾਂ ਤਣਾਵਾਂ ਦਾ ਸਿੱਧਾ ਅਸਰ ਪਿਆ। ਪਰ ਹੁਣ ਇੱਕ ਵਾਇਰਲ ਹੋ ਰਹੀ ਆਡੀਓ ਨੇ ਸਾਰਾ ਰਾਜ਼ ਖੋਲ ਕੇ ਰੱਖ ਦਿੱਤਾ ਕਿ ਕਿਵੇਂ ਇੱਕ ਸਾਰਾ ਕਤਲ ਨੂੰ ਪਲਾਨ ਕੀਤਾ ਗਿਆ ਸੀ ਤੇ ਕਿਵੇਂ ਭਾਰਤ ਸਰਕਾਰ ਦੇ ਵਿੱਚ ਇਸ ਦੀ ਕੋਈ ਸ਼ਮੂਲੀਅਤ ਨਹੀਂ ਹੈ। ਜੀ ਹਾਂ, ਇਸ ਵਾਇਰਲ ਆਡੀਓ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਭਾਰਤ ਸਰਕਾਰ ਤੇ ਜੋ ਇਲਜ਼ਾਮ ਕੈਨੇਡਾ ਸਰਕਾਰ ਲਗਾ ਰਹੀ ਸੀ ਉਹ ਬਿਲਕੁਲ ਬੇਬੁਨਿਆਦ ਸਨ। ਭਾਰਤ ਸਰਕਾਰ ਨੇ ਸ਼ੁਰੂ ਤੋਂ ਹੀ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਇਸੇ ਦੇ ਚੱਲਦਿਆਂ ਹੋਇਆ ਇੱਕ ਆਡੀਓ ਜਿਹੜੀ ਹੈ ਗੋਲਡੀ ਬਰਾੜ ਦੀ ਹਾਲ ਹੀ ਦੇ ਵਿੱਚ ਲੀਕ ਹੋਈ ਹੈ, ਜਿਸ ਦੇ ਵਿੱਚ ਉਹ ਜ਼ਿਕਰ ਕਰਦਾ ਨਜ਼ਰ ਆ ਰਿਹਾ ਕਿ ਇਹ ਕਤਲ ਅਸੀਂ ਕੀਤਾ, ਅਸੀਂ ਗੁਰੂ ਘਰ ਦੀ ਮਰਿਆਦਾ ਬਣਾਏ ਰੱਖੀ ਹੈ। ਕਰਨ ਨੂੰ ਤਾਂ ਗੁਰੂ ਘਰ ਦੇ ਅੰਦਰ ਵੀ ਕਰ ਦੇਣਾ ਸੀ, ਪਰ ਗੁਰੂ ਘਰ ਦੀ ਮਰਿਆਦਾ ਸੀ, ਗੁਰੂ ਘਰ ਦੀ ਇੱਜ਼ਤ ਸੀ, ਇਸ ਕਰਕੇ ਇੱਕ ਵੀ ਗੋਲੀ ਗੁਰੂ ਘਰ ਦੇ ਅੰਦਰ ਨਹੀਂ ਚਲਾਈ। ਉਹਨਾਂ ਦਾ ਕਹਿਣਾ ਕਿ ਅਸੀਂ ਇੰਤਜ਼ਾਰ ਕੀਤਾ ਹੈ ਬਾਹਰ ਆਉਂਦਾ ਤੇ ਜਿਵੇਂ ਹੀ ਹਰਦੀਪ ਨਿੱਜਰ ਬਾਹਰ ਆਇਆ ਉਸ ਨੂੰ ਮਾਰਿਆ ਗਿਆ। ਦਰਅਸਲ ਇਹ ਸਾਰਾ ਮਾਮਲਾ ਜੋ ਕਿ ਬੀਤੇ ਦਿਨੀ ਕਾਫੀ ਤੂਲ ਫੜਦਾ ਵੀ ਵਿਖਾਈ ਦਿੱਤਾ। ਦੱਸ ਦਈਏ ਕਿ ਜਿੱਥੇ 2023 ਦਾ ਹਰਦੀਪ ਸਿੰਘ ਨਿੱਜਰ ਕਤਲकांड, ਇੱਕ ਕਤਲ ਜਿਸ ਦੀ ਗੂੰਜ ਕੈਨੇਡਾ ਤੋਂ ਲੈ ਕੇ ਦਿੱਲੀ ਤੱਕ ਸੁਣਾਈ ਦਿੱਤੀ। ਕਤਲ ਹੋਇਆ ਕੈਨੇਡਾ 'ਚ, ਪਰ ਇਲਜ਼ਾਮ ਦੀਆਂ ਉਂਗਲਾਂ ਉੱਠੀਆਂ ਭਾਰਤ ਸਰਕਾਰ ਦੇ ਵੱਲ। ਭਾਰਤ ਤੇ ਗੰਭੀਰ ਇਲਜ਼ਾਮ ਲੱਗੇ, ਭਾਰਤ ਕੈਨੇਡਾ ਦੇ ਰਿਸ਼ਤੇ ਵਿਗੜੇ, ਡਿਪਲੋਮੈਟਿਕ ਤਣਾਅ ਵਧਿਆ। ਪਰ ਭਾਰਤ ਸਰਕਾਰ ਦਾ ਰੁਖ ਪਹਿਲੇ ਦਿਨ ਤੋਂ ਹੀ ਸਾਫ਼ ਸੀ ਕਿ ਨਿੱਜਰ ਕਤਲकांड ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਭਾਰਤ ਸਰਕਾਰ ਲਗਾਤਾਰ ਇਹ ਗੱਲ ਆਖ ਰਹੀ ਸੀ, ਪਰ ਉਧਰ ਕੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਹੀ ਇਲਜ਼ਾਮ ਭਾਰਤ ਤੇ ਲਗਾਏ ਗਏ। ਕਈ ਰਿਸ਼ਤੇ ਤੋੜੇ ਗਏ, ਕਈ ਸਿੰਧੀਆਂ ਤੋੜੀਆਂ ਗਈਆਂ, ਜਿਸ ਦਾ ਸਿੱਧਾ ਅਸਰ ਵਿਦਿਆਰਥੀ ਤੇ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਪਿਆ। ਹਾਲਾਂਕਿ ਉਸ ਤੋਂ ਬਾਅਦ ਹਾਲਾਤ ਸੁਧਰੇ, ਫਿਰ ਤੋਂ ਸਥਿਤੀ ਜਿਹੜੀ ਹੈ ਸਮਾਨ ਹੁੰਦੀ ਨਜ਼ਰ ਆਈ। ਪਰ ਇਸੇ ਵਿਚਾਲੇ ਹੁਣ ਵੱਡਾ ਖੁਲਾਸਾ ਹੋਇਆ। 3 ਸਾਲ ਬਾਅਦ ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ, ਜਿਸ ਨੇ ਸਭ ਕੁਝ ਸਾਫ਼ ਕਰ ਦਿੱਤਾ। ਭਾਰਤ ਸਰਕਾਰ ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਸਾਬਤ ਹੋਏ। ਆਖਰਕਾਰ ਕੇਂਦਰ ਸਰਕਾਰ ਤੇ ਲੱਗੇ ਸਾਰੇ ਇਲਜ਼ਾਮਾਂ ਦਾ ਸੱਚ ਸਾਹਮਣੇ ਆ ਗਿਆ। ਦਰਅਸਲ ਕਥਿਤ ਆਡੀਓ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਾ ਸੁਣਾਈ ਦੇ ਰਿਹਾ ਹੈ। ਦਾਅਵਾ ਹੈ ਕਿ ਇਹ ਗੱਲਬਾਤ ਯੂਕੇ 'ਚ ਰਹਿੰਦੇ ਪਰਮਜੀਤ ਸਿੰਘ ਪੰਮਾ ਦੇ ਨਾਲ ਹੋਈ। ਕਥਿਤ ਆਡੀਓ ਦੇ ਵਿੱਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਉਸਨੇ ਤੇ ਉਸਦੇ ਗੈਂਗ ਨੇ ਹੀ ਨਿੱਜਰ ਨੂੰ ਮਰਵਾਇਆ। ਆਓ ਪਹਿਲਾਂ ਤੁਹਾਨੂੰ ਵੀ ਸੁਣਾਉਂਦੇ ਹਾਂ ਉਹ ਕਥਿਤ ਆਡੀਓ। ਟਾਰਗੇਟ ਤਾਂ ਹੋਇਆ ਕਿਉਂਕਿ ਉਹ ਜਦੋਂ ਸਾਡਾ ਮੇਰਾ ਭਰਾ ਜਿੱਦੇ ਮਰਿਆ ਸੁੱਖੇ ਦੁੰਨੇ ਕੇ ਨਹੀਂ ਤੇ ਅਰਸ਼ ਡਾਲੇ ਨਹੀਂ, ਇਸੇ ਨਿੱਜਰ ਸਾਹਿਬ ਦੀ ਕੋਠੀ ਸਾਹਮਣੇ ਰੇ ਸਰੀ, ਠੀਕ ਹੈ। ਤੇ ਸਾਡਾ ਖੂਨ ਮੱਚਦਾ ਸੀ ਵੀ ਜਿਨ੍ਹਾਂ ਨੇ ਫੋਨ ਜਿਹੜੀਆਂ ਕੋਠੀਆਂ 'ਚ ਬਹਿ ਕੇ ਫੋਨਾਂ ਤੇ ਸਾਡੇ ਭਰਾ ਮਰਾਏ ਆ, ਕੋਠੀਆਂ ਇਹਨਾਂ ਦੀਆਂ ਸੀ ਤੇ ਅਸੀਂ ਛੱਡ ਨਹੀਂ ਸਕਦੇ, ਠੀਕ ਹੈ। ਗੁਰੂ ਘਰ ਦੀ ਇੱਜ਼ਤ ਇੰਨੀ ਕਿ ਰੱਖੀ ਹੈ ਵੀ ਗੁਰੂ ਘਰ ਦੇ ਗੇਟ ਦੇ ਅੰਦਰ ਗੋਲੀ ਨਹੀਂ ਚੱਲੀ। ਜੇ ਅੰਦਰ ਗੋਲੀ ਚਲਾਉਣ ਦੀ ਸਾਡੇ ਅਸੀਂ ਬਦਤਮੀਜ਼ੀ ਕਰਨੀ ਹੁੰਦੀ ਨਾ ਤੇ ਅਰਸ਼ ਡਾਲਾ ਵੀ ਨਾਲ ਹੀ ਲੱਦ ਕੇ ਸਿੱਟਦੇ ਉੱਥੇ, ਠੀਕ ਹੈ ਜੀ। ਗੁਰੂ ਘਰ ਦੀ ਹੀ ਇੱਜ਼ਤ ਰੱਖਣ ਲਈ ਅਸੀਂ ਇੰਨਾ ਸਬਰ ਰੱਖਿਆ ਵੀ ਗੇਟੋਂ ਬਾਹਰ ਆਉਣ ਤੱਕ ਡਿੱਕਿਆ। ਸਾਨੂੰ ਐ ਸੀ ਵੀ ਅਰਸ਼ ਡਾਲਾ ਵਿੱਚ ਨਾਲ ਹੈ ਗੱਡੀ ਦੇ। ਇਹ ਗਲਤੀ ਸਾਡੇ ਤੋਂ ਹੋਈ ਆ। ਉੱਤੇ ਉਹਨੂੰ ਝੂਠ ਨੂੰ ਨਾਲ ਮਾਰਤਾ ਹੁੰਦਾ ਤੇ ਸਾਨੂੰ ਅੱਜ ਸੰਘ ਪੜ ਕੇ ਸਫਾਈਆਂ ਦੇਣ ਦੀ ਕਿਸੇ ਨੂੰ ਲੋੜ ਨਾ ਪੈਂਦੀ, ਠੀਕ ਹੈ ਜੀ। ਬਾਕੀ ਰੱਬ ਨੂੰ ਜਾਣ ਤੁਸੀਂ ਵੀ ਦੇਣੀ, ਅਸੀਂ ਵੀ ਦੇਣੀ। ਇਹ ਚੀਜ਼ ਪਤਾ ਕਰ ਲਿਓ। ਭਾਈ ਨਿੱਜਰ ਸਾਹਿਬ ਨੇ ਬਹੁਤ ਚੰਗੇ ਕੰਮ ਕੀਤੇ ਹੋਣੇ ਆ, ਬਹੁਤ ਕੀਤੇ ਹੋਣੇ, ਮੈਂ ਨਹੀਂ ਕਹਿੰਦਾ ਵੀ ਨਹੀਂ ਕੀਤੇ ਹੋਣੇ, ਠੀਕ ਹੈ। ਪਰ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ, ਸੁੱਖਾ ਦੁੰਨੇ ਕੇ ਤੇ ਅਰਸ਼ ਡਾਲਾ, ਉਹਨਾਂ ਦਾ ਪ੍ਰੀਵੀਅਸ ਰੈਕੋਰਡ ਕਢਾ ਲਿਆ ਜੇ। ਉਹਨਾਂ ਨੇ ਇਹਨਾਂ ਦੀਆਂ ਵੀ ਜੜਾਂ ਹੀ ਵੱਡੀਆਂ, ਇਹਨਾਂ ਦੀ ਘਰੇ ਰਹੇ, ਇਹਨਾਂ ਦੀਆਂ ਹੀ ਗਰੰਟੀਆਂ ਨਾਲ ਅਸਲੇ ਚੱਕੇ, ਪੈਸੇ ਲਏ ਤੇ ਇਹਨਾਂ ਦੀ ਬੰਦੇ ਫੜਵਾਏ, ਮੁਖਬਰੀਆਂ ਕੀਤੀਆਂ ਤੇ ਪੁਲਿਸ ਨਾਲ ਆਦਰ ਰਿਲੇਸ਼ਨ ਬਣਾਏ। ਤਾਂ ਗੋਲਡੀ ਬਰਾੜ ਦੀ ਵਾਇਰਲ ਹੋ ਰਹੀ ਇਸ ਆਡੀਓ ਨੇ ਤਾਂ ਸਾਰੀ ਕਹਾਣੀ ਬਦਲ ਕੇ ਰੱਖ ਦਿੱਤੀ ਹੈ। ਆਡੀਓ ਦੇ ਰਾਹੀਂ ਇਹ ਸਾਫ਼ ਹੋ ਰਿਹਾ ਹੈ ਕਿ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਸਰਕਾਰ ਦਾ ਦੂਰ ਤੱਕ ਕੋਈ ਸਬੰਧ ਨਹੀਂ ਹੈ। ਇਸ ਪਿੱਛੇ ਭਾਰਤ ਸਰਕਾਰ ਦੀ ਨਾ ਤਾਂ ਕੋਈ ਏਜੰਸੀ ਹੈ ਤੇ ਨਾ ਹੀ ਭਾਰਤ ਸਰਕਾਰ ਦਾ ਕੋਈ ਹੱਥ ਹੈ। ਸਗੋਂ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਨਿੱਜਰ ਦਾ ਕਤਲ ਹੋਇਆ। ਤਾਂ ਜ਼ਿਕਰਯੋਗ ਹੈ ਕਿ 18 ਜੂਨ 2023 ਨੂੰ ਕੈਨੇਡਾ ਦੇ ਸਰੀ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਗੋਲੀਆਂ ਮਾਰ ਕੇ ਨਿੱਜਰ ਦਾ ਕਤਲ ਕੀਤਾ ਗਿਆ।
ਪਰ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੇ ਵੱਡੇ ਇਲਜ਼ਾਮ ਲਗਾ ਦਿੱਤੇ। ਪਰ ਭਾਰਤ ਵਾਰ-ਵਾਰ ਹੀ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਾ ਰਿਹਾ ਤੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਪਰ ਹੁਣ ਜਦੋਂ ਗੈਂਗਸਟਰ ਦਾ ਕਬੂਲਨਾਮਾ ਸਾਹਮਣੇ ਆਇਆ ਤਾਂ ਇਹ ਸਪਸ਼ਟ ਹੋ ਗਿਆ ਕਿ ਭਾਰਤ ਸਰਕਾਰ ਦੀ ਇਸ 'ਚ ਕੋਈ ਭੂਮਿਕਾ ਨਹੀਂ ਹੈ, ਬਲਕਿ ਇਹ ਸਿਰਫ ਸਾਜ਼ਿਸ਼ ਜਾਂ ਫਿਰ ਝੂਠ ਫੈਲਾਇਆ ਗਿਆ, ਜਿਸ ਤੋਂ ਹੁਣ ਪਰਦਾ ਚੁੱਕਿਆ ਜਾ ਚੁੱਕਿਆ ਹੈ। ਤਾਂ ਜਿਸ ਤਰੀਕੇ ਦੇ ਨਾਲ ਇਹ ਕਤਲ ਹੁੰਦਾ ਹੈ, ਹਾਲਾਂਕਿ ਗੋਲਡੀ ਬਰਾੜ ਆਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਇਹ ਦਾਅਵਾ ਕਰ ਰਿਹਾ ਹੈ ਕਿ ਚਲਾਣ ਨੂੰ ਤਾਂ ਗੋਲੀ ਗੁਰੂ ਘਰ ਦੇ ਅੰਦਰ ਵੀ ਚੱਲ ਪੈਣੀ ਸੀ, ਪਰ ਸਾਨੂੰ ਗੁਰੂ ਘਰ ਦੀ ਮਰਿਆਦਾ ਤੇ ਇੱਜ਼ਤ ਪਿਆਰੀ ਸੀ, ਜਿਸ ਦੇ ਚੱਲਦੇ ਅਸੀਂ ਇੰਤਜ਼ਾਰ ਕੀਤਾ ਹੈ ਕਿ ਕੋਈ ਨਾ ਬਾਈ ਤੂੰ ਬਾਹਰ ਆ ਜਾ, ਫਿਰ ਤੇਰੇ ਨਾਲ ਨਿਬੜਾਂਗੇ। ਤੇ ਜਿਵੇਂ ਹੀ ਹਰਦੀਪ ਨਿੱਜਰ ਬਾਹਰ ਆਇਆ, ਗੱਡੀ ਦੇ ਵਿੱਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਗੁਰੂ ਘਰ ਦੇ ਬਾਹਰ ਇਹ ਸਾਰੀ ਵਾਰਦਾਤ ਹੁੰਦੀ ਹੈ, ਜਿਸ ਤੋਂ ਬਾਅਦ ਸਾਰਾ ਕੈਨੇਡਾ ਕੀ ਭਾਰਤ ਵੀ ਕੰਬ ਉੱਠਿਆ, ਕਿਉਂਕਿ ਇਸ ਵਾਰਦਾਤ ਦੇ ਵਿੱਚ ਭਾਵੇਂ ਕਤਲ ਕੈਨੇਡਾ 'ਚ ਹੋਇਆ ਪਰ ਉਂਗਲੀਆਂ ਭਾਰਤ ਸਰਕਾਰ ਤੇ ਉੱਠੀਆਂ ਤੇ ਭਾਰਤ ਦੇ ਵਿਦਿਆਰਥੀ ਵੀ ਵੱਡੀ ਮੁਸੀਬਤ ਦੇ ਵਿੱਚ ਫਸ ਗਏ। ਇਸੇ ਦਰਮਿਆਨ ਦੱਸ ਦਈਏ ਕਿ ਹੁਣ 3 ਸਾਲਾਂ ਬਾਅਦ ਇਸ ਸਾਰੇ ਕਤਲकांड ਤੋਂ ਪਰਦਾ ਚੁੱਕਿਆ ਗਿਆ। ਕੈਨੇਡਾ ਦੇ ਵਿੱਚ 2023 ਚ ਹੋਏ ਹਰਦੀਪ ਸਿੰਘ ਨਿੱਜਰ ਕਤਲकांड ਚ ਗੈਂਗਸਟਰ ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ ਹੋਈ ਹੈ, ਜਿਸ ਵਿੱਚ ਗੋਲਡੀ ਬਰਾੜ ਨੇ ਵੱਡਾ ਖੁਲਾਸਾ ਕਰਦਿਆਂ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਥਿਤ ਆਡੀਓ ਨੇ ਪੂਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ। 3 ਸਾਲ ਬਾਅਦ ਭਾਰਤ ਸਰਕਾਰ ਤੇ ਲੱਗੇ ਇਲਜ਼ਾਮ ਹੁਣ ਬੇਬੁਨਿਆਦ ਸਾਬਤ ਹੋਏ ਨੇ। ਆਖਰਕਾਰ ਕੇਂਦਰ ਸਰਕਾਰ ਤੇ ਲੱਗੇ ਸਾਰੇ ਇਲਜ਼ਾਮਾਂ ਦਾ ਸੱਚ ਸਾਹਮਣੇ ਆ ਗਿਆ। ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਤੇ ਵੀ ਇਲਜ਼ਾਮ ਲਗਾਏ ਸਨ, ਪਰ ਭਾਰਤ ਵਾਰ-ਵਾਰ ਇਲਜ਼ਾਮਾਂ ਨੂੰ ਨਕਾਰ ਰਿਹਾ ਸੀ ਤੇ ਹੁਣ ਆਡੀਓ ਦੇ ਰਾਹੀਂ ਇਹ ਸਾਫ਼ ਹੋ ਚੁੱਕਿਆ ਹੈ ਕਿ ਨਿੱਜਰ ਦੇ ਕਤਲ ਦੇ ਨਾਲ ਭਾਰਤ ਸਰਕਾਰ ਦਾ ਦੂਰ ਤੱਕ ਕੋਈ ਸਬੰਧ ਹੀ ਨਹੀਂ ਹੈ। ਇਸ ਪਿੱਛੇ ਭਾਰਤ ਦੀ ਨਾ ਤਾਂ ਕੋਈ ਏਜੰਸੀ ਹੈ, ਸਗੋਂ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦੀ ਭੇਟ ਨਿੱਜਰ ਚੜਿਆ, ਜਿਸ ਦਾ ਕੀ ਕਤਲ ਹੋਇਆ। ਹਾਲਾਂਕਿ ਇਸ ਕਤਲकांड ਤੋਂ ਬਾਅਦ ਜਿੱਥੇ 3 ਸਾਲਾਂ ਬਾਅਦ ਇਹ ਸਾਰਾ ਭੇਤ ਖੁੱਲਦਾ ਨਜ਼ਰ ਆ ਰਿਹਾ ਹੈ,